ਮਿਹਨਤ ਚੰਗੀ, ਮਿਹਨਤ ਵਿੱਚ ਤੰਦਰੁਸਤੀ, ਮੰਗਣ ਨਾਲੋਂ ਮਰਿਆ ਚੰਗਾ, ਨਾ ਆਲਸ ਨਾ ਸੁਸਤੀ। ਇਹ ਤੁਕਾਂ ਬਿਆਨ ਕਰਦੀਆਂ ਨੇ ਜ਼ਿੰਦਗੀ ਜਿਉਣ ਦੇ ਢੰਗ ਨੂੰ। ਤੁਹਾਨੂੰ ਅੱਜ ਅਜਿਹੇ ਸ਼ਖਸ ਨਾਲ ਮਿਲਾਵਾਂਗੇ ਜਿਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਉਸਨੇ ਲੋਕਾਂ ਅੱਗੇ ਹੱਥ ਅੱਡਣ ਦੀ ਬਜਾਏ ਆਪਣੀ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਨਾ ਚਾਹਿਆ। मैं 8ਵੀਂ ਦੇ ਵਿੱਚ ਜਦੋਂ ਪੇਪਰ ਦੇ ਕੇ ਹਟਿਆ ਤੇ ਉਦੋਂ ਮੈਂ ਮਤਲਬ ਕਿ ਡਾਕਟਰ ਕੋਲ ਲੱਗਿਆ ਸੀ। ਹੋਮਿਓਪੈਥਿਕ ਦੀ DHMS ਡਾਕਟਰ ਸੀ ਤੇ ਉਹਨਾਂ ਕੋਲ ਲੱਗਿਆ ਸੀ ਤੇ ਉਹਨਾਂ ਤੋਂ ਬਾਅਦ ਉੱਥੇ ਮੈਂ 5 ਸਾਲ ਦਾ ਕੰਮ ਕੀਤਾ। ਵੀ 10ਵੀਂ ਵੀ ਮੈਂ ਮਤਲਬ ਉਦੋਂ ਉੱਥੇ ਜਾਂਦਾ ਹੁੰਦਾ ਸੀ ਸਕੂਲ ਟਾਈਮ ਤੋਂ ਬਾਅਦ ਉੱਥੇ ਮੈਂ ਲੱਗਿਆ ਰਿਹਾ ਤੇ ਡਾਕਟਰੀ ਕੀਤੀ। 5.5 ਸਾਲ ਦਾ ਐਕਸਪੀਰੀਅੰਸ ਮੈਂ ਕੀਤਾ ਹੋਇਆ ਡਾਕਟਰ ਦਾ। ਉਸ ਤੋਂ ਬਾਅਦ ਮੈਂ ਮਤਲਬ ਕਿ ਸ਼ੂਗਰ ਏਜੰਸੀ ਦੇ ਵਿੱਚ ਲੱਗ ਗਿਆ ਸੀਗਾ ਜੀ ਤੇ ਜਿੱਥੇ ਕਿ ਮੇਰੀ ਨਿਗਾਹ ਗਈ ਜਦੋਂ ਮੈਂ ਖੰਡ ਦਾ ਕੰਮ ਕਰਦਾ ਹੁੰਦਾ ਸੀ। ਤੇ ਉਸ ਤੋਂ ਬਾਅਦ ਤਾਂ ਜਿਸ ਤਰ੍ਹਾਂ ਕਿ ਵੀ ਇਹ ਦਿਨ ਮੈਂ ਕੱਟੇ ਹੈ 22-24 ਸਾਲ ਹੋ ਗਏ 25 ਸਾਲ ਕਿ ਵੀ ਇਹ ਮੈਨੂੰ ਪਤਾ ਹੈ ਜਾਂ ਉਹ ਮੇਰੇ ਪਰਮਾਤਮਾ ਨੂੰ ਪਤਾ ਹੈ। 7 ਜਨਵਰੀ 1993 ਨੂੰ ਨੌਕਰੀ ਛੱਡ ਦਿੱਤੀ ਸੀਗੀ। ਉਹਦਾ ਕਾਰਨ ਤਾਂ ਇਹ ਹੈ ਕਿ ਵੀ ਮੈਂ ਕਦੇ ਕੁੱਟਮਾਰ ਨਾ ਤਾਂ ਕਦੇ ਕੀਤੀ ਤੇ ਨਾ ਮੈਥੋਂ ਦੇਖੀ ਜਾਂਦੀ ਸੀ। ਜਦੋਂ ਮਹਿਕਮੇ ਦੇ ਵਿੱਚ ਬੰਦਾ ਕੰਮ ਕਰਦਾ ਤੇ ਥਾਣੇ ਦੇ ਵਿੱਚ ਹਰੇਕ ਤਰ੍ਹਾਂ ਦਾ ਬੰਦਾ ਆਂਦਾ ਹੈਗਾ ਵੀ ਚੋਰ ਵੀ ਆਉਂਦੇ ਆ, ਠੀਕ ਹੈ, ਬਾਕੀ ਬੇਈਮਾਨ ਵੀ ਆਉਂਦੇ ਆ, ਨਸ਼ਿਆਂ ਵਾਲੇ ਵੀ ਆਉਂਦੇ ਆ ਤੇ ਇਹਨਾਂ ਨੂੰ ਜੇ ਮੰਨਦੇ ਨਹੀਂ ਤੇ ਜਦੋਂ ਮਨਾਉਣ ਵਾਸਤੇ ਮਹਿਕਮੇ ਨੂੰ ਮਤਲਬ ਕੁੱਟਮਾਰ ਥੋੜ੍ਹੀ ਬਹੁਤ ਕਰਨੀ ਪੈਂਦੀ ਹੈ ਜੋ ਕਿ ਮੇਰੇ ਤੋਂ ਦੇਖੀ ਨਹੀਂ ਗਈ। ਇਸ ਕਰਕੇ ਮੈਂ ਇਹ ਨੌਕਰੀ ਛੱਡੀ ਜੀ। ਉਸ ਤੋਂ ਬਾਅਦ ਜਦੋਂ ਇੱਥੇ ਮੈਂ ਅੱਡਾ ਲਾ ਲਿਆ ਤੇ ਮੇਰੇ ਕੋਲ ਕੋਈ ਗਾਹਕ ਨਹੀਂ ਹੁੰਦਾ ਸੀ। ਕਿਉਂ ਇਸ ਕਰਕੇ ਨਹੀਂ ਹੁੰਦਾ ਸੀ ਕਿ ਵੀ ਇਹਨੂੰ ਦਿਖਦਾ ਨਹੀਂ। ਜੇ ਦਿਖਦਾ ਨਹੀਂ ਕਿ ਵੀ ਨਾ ਜਾਣੇ ਕੱਪੜੇ ਸਾੜ ਦੇ, ਮਗਰ ਮੈਂ ਆਪਦੇ ਘਰੋਂ ਕੱਪੜੇ ਆਪਦੇ ਹੀ ਲਿਆਉਣੇ, ਪ੍ਰੈਸ ਲਾ ਲੈਣੀ ਤੇ ਮੈਂ ਕਰਨੇ ਕਿ ਵੀ ਕੋਈ ਦੇਖੂਗਾ ਤਾਂ ਮੇਰੇ ਕੋਲ ਜ਼ਰੂਰ ਅਗਲਾ ਕਹੂਗਾ ਕਿ ਵੀ ਹਾਂ ਕਰਦਾ ਪਿਆ। ਤੇ ਇੱਕ ਵਾਰ ਇੱਕ ਮੁੰਡਾ ਮੈਥੋਂ ਪ੍ਰੈਸ ਕਰਵਾ ਗਿਆ ਤੇ 60 ਰੁਪਏ ਦੇ ਗਿਆ। ਉਹ ਮੈਂ 60 ਰੁਪਏ ਜੇਬ 'ਚ ਪਾ ਲਏ ਤੇ ਜਦੋਂ ਅਗਲਾ ਗਾਹਕ ਆਇਆ ਮੈਂ ਉਹਨੂੰ 30 ਰੁਪਏ ਮੋੜਨ ਲੱਗਿਆ ਤੇ 30 ਰੁਪਏ ਮੋੜੇ ਜਦੋਂ ਤੇ ਉਹ ਮੈਨੂੰ ਕਹਿੰਦਾ ਯਾਰ ਗਿਆਨ ਆ ਕੀ ਕਰੀ ਜਾਂਦਾ। ਮੈਂ ਕੀ ਕਹਿੰਦਾ ਕਿ ਵੀ ਇਹ ਤਾਂ ਕੂਪਨ ਹੈਗੇ ਬੱਚਿਆਂ ਦੇ ਤੇ ਮੈਂ ਨਹੀਂ, ਮੈਂ ਤਾਂ 60 ਰੁਪਏ ਕਿਸੇ ਕੋਈ ਗਾਹਕ ਦੇ ਕੇ ਗਿਆ, ਮੈਨੂੰ ਆ ਦੇ ਕੇ 30 ਰੁਪਏ ਹੋਰ ਪਏ ਆ। ਉਹ ਕਹਿੰਦਾ ਨਹੀਂ ਗਿਆਨ ਇਹ ਤਾਂ 60 ਰੁਪਏ ਨਕਲੀ ਹੈ, ਕੂਪਨ ਹੈ ਬੱਚਿਆਂ ਦੇ। ਫਿਰ ਉਹ ਮੁੜ ਕੇ ਪਤਾ ਨਹੀਂ ਮੇਰੇ ਕੋਲ ਬੰਦਾ ਉਹ ਮੁੰਡਾ ਆਇਆ ਨਹੀਂ ਆਇਆ ਤੇ ਮੁੜ ਕੇ ਨਹੀਂ ਮੈਨੂੰ ਪਤਾ ਲੱਗਿਆ। ਇੱਥੋਂ ਤੱਕ ਕਿ ਮੈਨੂੰ ਇਹ ਦੱਸੋ ਕਿ ਵੀ ਅੱਜ ਤੱਕ ਕੋਈ ਐਸਾ ਇਨਸਾਨ ਹੋਊਗਾ ਜੋ ਆਪਣੀ ਮਿਸਿਜ ਨੂੰ ਕਹਿ ਦੇ ਵੀ ਆਪਣੇ ਪੇਕੇ ਕਰ ਜਾ ਮਾਂ ਦੇ ਕੋਲੇ, ਤੂੰ ਕਿਤੇ ਹੋਰ ਦੇਖ ਲੈ ਕੋਈ ਮੁੰਡਾ, ਕਿ ਵੀ ਮਾਂ-ਬਾਪ ਦੇਖ ਲੈਣ ਔਰ ਮੈਂ ਆਪਣੇ ਹੱਥੀਂ ਤੇਰਾ ਕਰ ਦੂੰਗਾ। ਕਿਉਂਕਿ ਮੇਰੇ ਬੱਚੇ ਉਸ ਟਾਈਮ ਛੋਟੇ ਸੀਗੇ, ਮੈਂ ਯੰਗ ਸੀਗਾ, ਠੀਕ ਹੈ, ਉੱਧਰੋਂ ਉਹ ਵੀ ਯੰਗ ਸੀਗੀ ਤੇ ਮੇਰੀ ਉਮਰ ਡਾਕਟਰਾਂ ਨੇ ਮੈਨੂੰ ਜਵਾਬ ਦਿੱਤਾ ਸੀ ਕਿ ਵੀ ਇਸੇ ਤਰ੍ਹਾਂ ਤੁਸੀਂ ਠੀਕ ਨਹੀਂ ਹੋਣੀ ਨੀਗਾ। ਤੇ ਮੈਂ ਇਹ ਫੈਸਲਾ ਕਰਕੇ ਤੇ ਸੋਚ ਵਿਚਾਰ ਕਰਕੇ ਤੇ ਮਿਸੇ ਨੂੰ ਆਹ ਗੱਲ ਕਹੀ ਸੀ ਤੇ ਉਹ ਰੋ ਪਏ ਤੇ ਉਹਨਾਂ ਨੇ ਆਪਣੇ ਘਰ ਵੀ ਗੱਲ ਕੀਤੀ ਤੇ ਜਦੋਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਵੀ ਅੱਜ ਮੇਰੀ ਮਿਸੇ ਨੇ ਵੀ ਇਹੀ ਗੱਲ ਕਹੀ ਸੀ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਵੀ ਅੱਜ ਤਾਂ ਤੁਹਾਡੀ ਨਿਗਾਹ ਗਈ ਹੈ, ਮੰਨ ਲਓ ਕਿ ਵੀ ਸਾਡੀ ਕੁੜੀ ਦੀ ਅਗਰ ਨਿਗਾਹ ਚਲੀ ਜਾਂਦੀ ਕੀ ਤੁਸੀਂ ਛੱਡ ਦਿੰਦੇ। ਮੈਂ ਕਿਹਾ ਨਹੀਂ। ਤੇ ਉਹ ਸਮਝੋ ਕਿ ਵੀ ਉਸ ਦਿਨ ਮੈਨੂੰ ਇੰਨਾ ਹੌਸਲਾ ਮਿਲਿਆ। ਸਾਡੇ ਨਾਲ ਮੌਜੂਦ ਨੇ ਗਿਆਨਚੰਦ ਜੀ, ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ। ਸਵਾਗਤ ਹੈ ਗਿਆਨਚੰਦ ਜੀ ਤੁਹਾਡਾ ਸਰ। ਧੰਨਵਾਦ ਸਰ, ਸਤਿ ਸ੍ਰੀ ਅਕਾਲ। ਅੱਛਾ ਗਿਆਨਚੰਦ ਜੀ, ਪਹਿਲਾਂ ਤਾਂ ਇਹ ਦੱਸੋ ਤੁਹਾਡੀ ਜਿਹੜੀ ਅੱਖਾਂ ਦੀ ਰੌਸ਼ਨੀ ਪਹਿਲਾਂ ਤੋਂ ਹੀ ਹੈ ਨਹੀਂ ਸੀ ਜਾਂ ਬਾਅਦ 'ਚ ਕੋਈ ਕੀ ਕਾਰਨ ਕੀ ਰਿਹਾ ਅੱਖਾਂ ਦੀ ਰੌਸ਼ਨੀ ਦਾ? ਨਹੀਂ ਜੀ, ਮੈਂ ਪਹਿਲੇ ਤਾਂ ਬਹੁਤ ਮਤਲਬ ਕਿ ਵਧੀਆ ਸੀ, ਕੋਈ ਐਸੀ ਹੈ ਨਹੀਂ ਸੀ ਤੇ ਇਹ ਮੇਰੀ ਲਾਈਟ 96 ਦੇ ਵਿੱਚ ਗਈ 14 ਨਵੰਬਰ 1996 ਜੀ। ਅੱਛਾ, ਕਾਰਨ ਕੀ ਰਿਹਾ ਅੱਖਾਂ ਜਾਣ ਦਾ ਤੁਹਾਡੇ ਲਈ? ਕਾਰਨ ਜੀ ਡਾਕਟਰ ਤਾਂ ਇਹ ਦੱਸਦੇ ਆ ਕਿ ਵੀ ਰਾਤ ਨੂੰ ਸੌਂਦੇ ਹੋਏ ਬ੍ਰੇਨ ਅਟੈਕ ਹੋਇਆ ਜਿਹਦੇ ਕਾਰਨ ਕਿ 50% ਮੇਰੀ ਨਿਗਾਹ ਇੱਕੋ ਰਾਤ ਦੇ ਵਿੱਚ ਚਲੀ ਗਈ ਸੀ। ਬਾਕੀ ਹੌਲੀ ਹੌਲੀ ਕਰਦੇ ਮਤਲਬ ਕਿ ਜਿਹੜੀ 50% ਰਹਿ ਗਈ ਸੀ ਤੇ ਉਹ ਵੀ ਚਲੀ ਗਈ ਤੇ ਅੱਜ ਤੋਂ 10-12 ਸਾਲ ਪਹਿਲੇ ਬਿਲਕੁਲ ਹੀ ਮੈਂ ਬਲਾਈਂਡ ਹੋ ਗਿਆ ਸੀ ਤੇ ਹੁਣ ਮੈਂ ਬਿਲਕੁਲ ਬਲਾਈਂਡ ਹਾਂ। ਅੱਛਾ ਗਿਆਨਚੰਦ ਜੀ, ਤੁਹਾਡੀ ਜਦੋਂ ਅੱਖਾਂ ਦੀ ਰੌਸ਼ਨੀ ਸੀ ਉਸ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀਗੇ? ਕੰਮਾਂ ਦੇ ਬਾਰੇ ਪੁੱਛੋ ਜੀ। ਜਦੋਂ ਮੇਰੀ ਅੱਖਾਂ ਸਹੀ ਸੀਗੀਆਂ ਮੈਂ ਕੰਮ ਬਹੁਤ ਕੀਤੇ ਆ
ਕਿ ਵੀ ਸਟਾਰਟਿੰਗ ਦੇ ਵਿੱਚ ਆਪਾਂ ਪੜ੍ਹਦੇ ਹਾਂ, ਜਦੋਂ ਮੈਂ 8ਵੀਂ ਦੇ ਵਿੱਚ ਜਦੋਂ ਪੇਪਰ ਦੇ ਕੇ ਹਟਿਆ ਤੇ ਉਦੋਂ ਮੈਂ ਮਤਲਬ ਕਿ ਡਾਕਟਰ ਕੋਲ ਲੱਗਿਆ ਸੀ, ਹੋਮਿਓਪੈਥਿਕ ਦੀ DHMS ਡਾਕਟਰ ਸੀ ਤੇ ਉਹਨਾਂ ਕੋਲ ਲੱਗਿਆ ਸੀ। ਤੇ ਉਹਨਾਂ ਤੋਂ ਬਾਅਦ ਉੱਥੇ ਮੈਂ 5 ਸਾਲ ਦਾ ਕੰਮ ਕੀਤਾ ਵੀ 10ਵੀਂ ਵੀ ਮੈਂ ਮਤਲਬ ਉਦੋਂ ਉੱਥੇ ਜਾਂਦਾ ਹੁੰਦਾ ਸੀ, ਸਕੂਲ ਟਾਈਮ ਤੋਂ ਬਾਅਦ ਉੱਥੇ ਮੈਂ ਲੱਗਿਆ ਰਿਹਾ ਤੇ ਡਾਕਟਰੀ ਕੀਤੀ। 5.5 ਸਾਲ ਦਾ ਐਕਸਪੀਰੀਅੰਸ ਮੈਂ ਕੀਤਾ ਹੋਇਆ ਡਾਕਟਰ ਦਾ। ਉਸ ਤੋਂ ਬਾਅਦ ਮੈਂ ਮਤਲਬ ਕਿ ਸ਼ੂਗਰ ਏਜੰਸੀ ਦੇ ਵਿੱਚ ਲੱਗ ਗਿਆ ਸੀਗਾ ਜੀ, ਤੇ ਜਿੱਥੇ ਕਿ ਮੇਰੀ ਨਿਗਾਹ ਗਈ ਜਦੋਂ ਮੈਂ ਖੰਡ ਦਾ ਕੰਮ ਕਰਦਾ ਹੁੰਦਾ ਸੀ। ਤੇ ਉਸ ਤੋਂ ਬਾਅਦ ਤਾਂ ਜਿਸ ਤਰ੍ਹਾਂ ਕਿ ਵੀ ਇਹ ਦਿਨ ਮੈਂ ਕੱਟੇ ਹੈ 22-24 ਸਾਲ ਹੋ ਗਏ, 25 ਸਾਲ, ਕਿ ਵੀ ਇਹ ਮੈਨੂੰ ਪਤਾ ਹੈ ਜਾਂ ਉਹ ਮੇਰੇ ਪਰਮਾਤਮਾ ਨੂੰ ਪਤਾ ਹੈ। ਬਹੁਤ ਔਖੇ ਦਿਨ ਕੱਟੇ ਜੀ। ਤੁਸੀਂ ਪੁਲਿਸ ਦੇ ਵਿੱਚ ਵੀ ਨੌਕਰੀ ਕਰਦੇ ਰਹੇ ਹੋ, ਕੀ ਕਾਰਨ ਰਿਹਾ ਨੌਕਰੀ ਛੱਡਣ ਦਾ? ਨੌਕਰੀ ਜੀ ਮੈਂ 90 ਦੇ ਕਰੀਬ ਮੈਂ ਲੱਗਿਆ ਸੀਗਾ, 90 'ਚ ਪੰਜਾਬ ਹੋਮਗਾਰਡ ਦੇ ਵਿੱਚ। ਤੇ ਮੈਂ 7 ਜਨਵਰੀ 1993 ਨੂੰ ਨੌਕਰੀ ਛੱਡ ਦਿੱਤੀ ਸੀਗੀ। ਉਹਦਾ ਕਾਰਨ ਤਾਂ ਇਹ ਹੈ ਕਿ ਵੀ ਮੈਂ ਕਦੇ ਕੁੱਟਮਾਰ ਨਾ ਤਾਂ ਕਦੇ ਕੀਤੀ ਤੇ ਨਾ ਮੈਥੋਂ ਦੇਖੀ ਜਾਂਦੀ ਸੀ। ਜਦੋਂ ਮਹਿਕਮੇ ਦੇ ਵਿੱਚ ਬੰਦਾ ਕੰਮ ਕਰਦਾ ਹੈ ਤੇ ਥਾਣੇ ਦੇ ਵਿੱਚ ਹਰੇਕ ਤਰ੍ਹਾਂ ਦਾ ਬੰਦਾ ਆਂਦਾ ਹੈਗਾ, ਕਿ ਵੀ ਚੋਰ ਵੀ ਆਉਂਦੇ ਹੈ, ਠੀਕ ਹੈ, ਬਾਕੀ ਬੇਈਮਾਨ ਵੀ ਆਉਂਦੇ ਹੈ, ਨਸ਼ਿਆਂ ਵਾਲੇ ਵੀ ਆਉਂਦੇ ਹੈ। ਤੇ ਇਹਨਾਂ ਨੂੰ ਜੇ ਮੰਨਦੇ ਨਹੀਂ ਤੇ ਜਦੋਂ ਮਨਾਉਣ ਵਾਸਤੇ ਮਹਿਕਮੇ ਨੂੰ ਮਤਲਬ ਕੁੱਟਮਾਰ ਥੋੜ੍ਹੀ ਬਹੁਤ ਕਰਨੀ ਪੈਂਦੀ ਹੈ, ਜੋ ਕਿ ਮੇਰੇ ਤੋਂ ਦੇਖੀ ਨਹੀਂ ਗਈ। ਇਸ ਕਰਕੇ ਮੈਂ ਇਹ ਨੌਕਰੀ ਛੱਡੀ ਜੀ। 7 ਜਨਵਰੀ 1993 ਨੂੰ ਮੈਂ ਨੌਕਰੀ ਛੱਡਤੀ ਸੀ। ਅੱਛਾ, ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਖੰਡ ਦਾ ਕੰਮ ਕਰਨ ਲੱਗ ਗਏ, ਜਦੋਂ ਤੁਹਾਡੀ ਨਿਗਾਹ ਗਈ ਹੁਣ ਤੁਸੀਂ ਕੱਪੜੇ ਕੰਮ ਪ੍ਰੈਸ ਕਰਦੇ ਹੋ, ਇਹੀ ਕੰਮ ਤੁਸੀਂ ਕਿਉਂ ਚੁਣਿਆ ਕੱਪੜੇ ਪ੍ਰੈਸ ਕਰਨ? ਕੱਪੜੇ ਪ੍ਰੈਸ ਕਰਨ ਵਾਲਾ ਤਾਂ ਮੈਂ ਇਹ ਤਾਂ ਬਹੁਤ ਬਾਅਦ 'ਚ ਚੁਣਿਆ ਜੀ, ਜਦੋਂ ਮੇਰੀ ਨਿਗਾਹ ਚਲੀ ਗਈ 50%। ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਨੂੰ ਅਗਰ 10% ਵੀ ਘੱਟ ਦਿਖਣ ਲੱਗ ਜੇ ਤੇ ਆਪਾਂ ਕਹਿ ਦਿੰਦੇ ਹਾਂ ਯਾਰ ਮੈਨੂੰ ਤਾਂ ਦਿਖਦਾ ਨਹੀਂ, ਕੀ ਕਰਾਂਗੇ ਆਪਾਂ ਤੇ ਕੀ ਕਰੀਏ, ਕੰਮ ਨਹੀਂ ਹੁੰਦਾ। ਜਦੋਂ ਮੇਰੀ 50% ਨਿਗਾਹ ਗਈ ਸੀ, ਮੈਂ ਖੰਡ ਦਾ ਕੰਮ ਕਰਦਾ ਸੀਗਾ, ਠੀਕ ਹੈ, ਤੇ ਉੱਥੇ ਥੋੜ੍ਹਾ ਅਕਾਊਂਟਸ ਦਾ ਕੰਮ ਵੀ ਹੁੰਦਾ ਸੀ। ਬਾਹਰ ਅੰਦਰ ਜਿਵੇਂ ਯੂਪੀ, ਬਿਹਾਰ, ਮਹਾਰਾਸ਼ਟਰ ਵੀ ਅਸੀਂ ਮੈਂ ਜਾਂਦਾ ਹੁੰਦਾ ਸੀ, ਉੱਥੋਂ ਮਾਲ ਲੈ ਕੇ ਆਉਂਦੇ ਸੀ ਖੰਡ ਟਰੱਕਾਂ ਦੇ ਵਿੱਚ ਲੋਡ ਕਰਾ ਕੇ, ਠੀਕ ਹੈ। ਤੇ ਜਦੋਂ ਨਿਗਾਹ ਚਲੀ ਗਈ ਤੇ ਮੇਰਾ ਬਾਹਰ ਜਾਣ ਵਾਲਾ ਕੰਮ ਜਿਹੜਾ ਸੀ ਉਹ ਰਹਿ ਗਿਆ ਤੇ ਮੈਂ ਸਿਰਫ ਦਫ਼ਤਰ ਦੇ ਵਿੱਚ ਹੀ ਬਹਿਣ ਲੱਗਿਆ। ਤੇ ਉਸ ਤੋਂ ਬਾਅਦ 2-3 ਸਾਲ ਮੈਂ ਫਿਰ ਵੀ ਉੱਥੇ ਕੱਟੇ ਔਖੇ ਸੌਖੇ, ਵੀ ਸਵੇਰੇ ਮੈਂ 11 ਵਜੇ ਆਫਿਸ ਜਾਂਦਾ ਹੁੰਦਾ ਸੀ ਤੇ ਉਸ ਤੋਂ ਪਹਿਲੇ ਮੈਂ ਸਵੇਰੇ 4 ਵਜੇ ਉੱਠ ਕੇ ਤੇ ਸਬਜ਼ੀ ਮੰਡੀ ਜਾਣਾ, ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦਣੀ ਆੜਤ ਤੋਂ, ਤੇ ਉਹ ਸਬਜ਼ੀ ਮੰਡੀ ਦੇ ਵਿੱਚ ਹੀ ਮਤਲਬ ਉੱਥੇ ਹੀ ਵੇਚ ਦੇਣੀ। ਰੇਹੜੀਆਂ ਵਾਲੇ, ਹੋਟਲਾਂ ਵਾਲੇ 5-5, 10-10 ਕਿਲੋ ਲੈ ਜਾਂਦੇ ਆ, ਉੱਥੇ ਮੈਂ ਵੇਚ ਦੇਣੀ, ਠੀਕ ਹੈ। ਉਸ ਤੋਂ ਬਾਅਦ ਮੈਂ 9:30, 10 ਵਜੇ ਘਰੇ ਆ ਜਾਂਦਾ ਸੀ, ਨਹਾ ਧੋ ਕੇ ਫਿਰ ਮੈਂ ਆਫਿਸ ਜਾਂਦਾ ਹੁੰਦਾ ਸੀਗਾ। ਉਹ ਸਬਜ਼ੀ ਤੋਂ ਬਾਅਦ ਫਿਰ ਮੈਂ ਜਦੋਂ ਉਹ ਕੰਮ ਮੇਰਾ ਨਹੀਂ ਹੋਇਆ ਕਿ ਵੀ ਜਦੋਂ ਮਾਲੀਆਂ ਦੀ ਸਬਜ਼ੀ ਆ ਜਾਂਦੀ ਹੈ ਤੇ ਉਹ ਕੰਮ 'ਚ ਇੰਨਾ ਬੈਨੀਫਿਟ ਨਹੀਂ ਰਿਹਾ, ਦਿਹਾੜੀ ਨਹੀਂ ਬਣਦੀ ਸੀ, ਫਿਰ ਮੈਂ ਉਹ ਕੰਮ ਛੱਡ ਕੇ ਫਿਰ ਮੈਂ ਦੁੱਧ ਦਾ ਕੰਮ ਸ਼ੁਰੂ ਕਰ ਲਿਆ ਜੀ। ਤੇ ਦੁੱਧ ਮੈਂ ਘਰਾਂ 'ਚ ਪਾਉਂਦਾ ਸੀ ਡੈਰੀ ਤੋਂ ਲੈ ਕੇ। ਉਸ ਤੋਂ ਬਾਅਦ ਨਾਲ ਹੀ ਫਿਰ ਸਾਰਾ ਦਿਨ ਮੈਂ ਵਿਹਲਾ ਰਹਿੰਦਾ ਸੀ, ਮੈਂ ਆਫਿਸ ਦਾ ਕੰਮ ਵੀ ਛੱਡਤਾ ਸੀ ਕਿਉਂ ਨਿਗਾਹ ਮੇਰੀ 15 ਕੁ ਪੈਸੇ ਹੋਰ ਚਲੀ ਗਈ ਸੀ, 20 ਪੈਸੇ, ਜਿਸ ਤੇ ਕਰਕੇ ਕਿ ਵੀ ਦਫ਼ਤਰ 'ਚ ਕੰਮ ਨਹੀਂ ਹੁੰਦਾ ਸੀ। ਤੇ ਸਾਰਾ ਦਿਨ ਮੈਂ ਵਿਹਲਾ ਰਹਿਣ ਕਰਕੇ ਫਿਰ ਮੈਂ ਅਮਰੀਕ ਸਿੰਘ ਰੋਡ 'ਤੇ ਰਾਜਾ ਆਈਸਕ੍ਰੀਮ ਵਾਲਿਆਂ ਦੇ ਕੋਲ, ਉੱਥੇ ਮੈਂ ਮਤਲਬ ਕਿ ਭੋਲਾ ਜਨਰੇਟਰਾਂ ਵਾਲੇ ਆਪਣੇ MC ਸਾਹਿਬ ਇੱਥੇ ਰਹੇ ਆ ਪੁਰਾਣੇ, ਠੀਕ ਆ, ਉਹਨਾਂ ਦਾ ਇੱਕ ਪਲਾਟ ਪਿਆ ਸੀਗਾ, ਉੱਥੇ ਫਿਰ ਮੈਂ ਚਾਹ ਦਾ ਅੱਡਾ ਵੀ ਲਗਾਇਆ ਜੀ। ਤੇ ਦਿਨੇ ਮੈਂ ਸਾਰੇ ਦਿਨ ਚਾਹ ਦਾ ਕੰਮ ਕਰਦਾ ਸੀ ਉੱਥੇ, ਤੇ ਸ਼ਾਮ ਨੂੰ ਫਿਰ ਮੈਂ 3-4 ਵਜੇ ਦੁੱਧ ਲੈਣ ਵਗ ਜਾਂਦਾ ਸੀ, ਘਰਾਂ 'ਚ ਦੁੱਧ ਪਾ ਕੇ ਆਉਂਦਾ ਸੀ। ਫਿਰ ਸ਼ਾਮ ਨੂੰ ਉੱਥੇ ਇੱਕ ਜਵਾਕ ਮੇਰਾ ਰੱਖਿਆ ਹੋਇਆ ਸੀ ਮੁੰਡਾ ਕੋਈ, ਤੇ ਉਹ ਮੇਰਾ ਕੰਮ ਚੱਲਦਾ ਰਿਹਾ ਚਾਹ ਦਾ। ਚਾਹ ਤੋਂ ਬਾਅਦ ਫਿਰ ਮਤਲਬ ਕਿ ਮੇਰੀ ਨਿਗਾਹ ਹੋਰ ਘਟ ਗਈ ਤੇ ਜਿਹਦੇ ਕਰਕੇ ਮੈਂ ਚਾਹ ਦਾ ਵੀ ਔਰ ਦੁੱਧ ਦਾ ਵੀ 2002 ਦੇ ਵਿੱਚ 3 ਦੇ ਵਿੱਚ ਮੈਂ ਕੰਮ ਛੱਡਤਾ ਸੀ, 2002 ਦੇ ਨਵੰਬਰ ਦੇ ਵਿੱਚ। ਕਿ ਵੀ ਮੇਰੇ ਤੋਂ ਇੱਕ ਦਿਨ ਅਚਾਨਕ ਮੈਂ ਦੁੱਧ ਪਾਉਂਦਾ ਆ ਰਿਹਾ ਸੀ ਸਾਈਕਲ 'ਤੇ, ਇੱਕ ਗਲੀ ਦੇ ਵਿੱਚ ਜਿਸ ਤਰ੍ਹਾਂ ਬੱਚੇ ਖੇਡਦੇ ਆ, ਇੱਕ ਛੋਟੀ 2-2.5 ਸਾਲ ਦੀ ਬੱਚੀ ਇੱਕ ਛੋਟੀ ਜਿਹੀ ਬੈਠੀ ਸੀ ਤੇ ਮੈਨੂੰ ਦਿਖੀ ਨਹੀਂ। ਜਦੋਂ ਉਹਦੇ ਉੱਪਰ ਚੜ੍ਹਨ ਲੱਗਿਆ ਸਾਈਕਲ ਤੇ ਜਦੋਂ ਮੇਰੇ ਕੋਲ ਆ ਗਈ ਤੇ ਉਹ ਇੱਕਦਮ ਮੈਂ ਬ੍ਰੇਕਾਂ ਲਾਈਆਂ ਤੇ ਉੱਥੇ ਮੈਂ ਦੇਖਿਆ ਕਿ ਵੀ ਮੇਰੇ 'ਚ ਤਾਂ ਕਸੂਰ ਹੈ ਹੀ ਹੈ ਕਿ ਵੀ ਮੈਂ ਦੇਖ ਨਹੀਂ ਸਕਦਾ, ਠੀਕ ਹੈ। ਤੇ ਇਸ ਬੱਚੀ ਦਾ ਅਗਰ ਨੁਕਸਾਨ ਹੋ ਜਾਂਦਾ, ਮੇਰੇ ਢੋਲ ਭਰੇ ਹੋਏ ਸੀ ਦੁੱਧ ਦੇ, ਅਗਰ ਉਹਦੀਆਂ ਲੱਤਾਂ 'ਤੇ ਚੜ੍ਹ ਜਾਂਦੀਆਂ ਤੇ ਕੀ ਬਣਦਾ। ਤੇ ਉਸ ਦਿਨ ਮੇਰਾ ਆਖਰੀ ਦਿਨ ਸੀ ਦੁੱਧ ਦਾ ਵੀ। ਮੈਂ ਉਦੋਂ ਬਾਅਦ ਮੈਂ ਦੁੱਧ ਦਾ ਕੰਮ ਨਹੀਂ ਕੀਤਾ। ਤੇ ਉਸ ਤੋਂ ਬਾਅਦ ਉਹ 2 ਸਾਲ ਮੈਂ ਬਹੁਤ ਔਖੇ ਕੱਟੇ ਵੀ ਹੋਰ ਕੋਈ ਕੰਮ ਮੈਂ ਕਰ ਨਹੀਂ ਸਕਦਾ ਸੀ ਕਿਸੇ ਵੀ ਤਰ੍ਹਾਂ ਦਾ। ਤੇ 2 ਸਾਲ ਜਦੋਂ ਮੰਜੇ 'ਤੇ ਕੱਟੇ,
ਕੁਛ ਤਾਂ ਮੇਰੀ ਦੁੱਧ ਦੀ ਅਗਰਾਈ ਸੀਗੀ, ਕੁਛ ਦਿਨ ਤਾਂ ਟੱਪਦੇ ਰਹੇ, ਕਿਸੇ ਤੋਂ 500 ਆ ਗਿਆ, ਕਿਸੇ ਤੋਂ 1000 ਆ ਗਿਆ, ਕਿਸੇ ਤੋਂ 200 ਆ ਗਿਆ, ਐਂ ਚੱਲਦਾ ਰਿਹਾ। ਚਲਦੇ ਮੇਰੇ 5-6 ਮਹੀਨੇ ਸਾਲ ਸਾਰਾ ਟੱਪਦਾ ਰਿਹਾ ਔਖਾ ਸੌਖਾ। ਮਗਰ ਉਦੋਂ ਬਾਅਦ ਤਾਂ ਮੈਂ ਆਪ ਦਾ ਸਮਾਨ ਜਿਵੇਂ ਘਰ ਦਾ ਜਿਹੜਾ ਹੈਗਾ ਟੀਵੀ ਵੇਚਤਾ, ਠੀਕ ਹੈ, ਤੇ ਸਿਲੰਡਰ ਵੇਚਤਾ, ਹੋਰ ਨਿੱਕੇ ਮੋਟੀਆਂ ਸਮਾਨ ਸੀ ਉਹ ਵੇਚਤੇ, ਸਾਈਕਲ ਵੇਚਤੀ, ਮੋਪੜ ਸੀ ਮੇਰੇ ਕੋਲ, ਮੋਪੜ ਵੇਚਤੀ ਸੀ, ਵੈਸਪਾ ਸਕੂਟਰ ਸੀ, ਸਕੂਟਰ ਵੇਚਤਾ। ਵੀ ਇਸ ਤਰ੍ਹਾਂ ਕਰਕੇ ਮੈਂ ਆਪ ਦਾ ਗੁਜ਼ਾਰਾ ਕਰਦਾ ਰਿਹਾ। ਕਿਉਂ ਬੱਚੇ ਮੇਰੇ ਛੋਟੇ ਸੀ, 2 ਸਾਲ ਦਾ ਮੇਰਾ ਬੇਟਾ ਸੀ, 3.5 ਸਾਲ ਦੀ 3 ਸਾਲ ਦੀ ਗੁੜੀਆ ਸੀ। ਤੇ ਉਸ ਤੋਂ ਬਾਅਦ ਬਹੁਤ ਔਖੇ ਹੋਏ। ਤੇ ਮਗਰ ਮੈਂ ਕਿਸੇ ਅੱਗੇ ਇਹ ਨਹੀਂ ਕਿ ਵੀ ਮੈਂ ਕਿਸੇ ਭੈਣ ਭਰਾ ਨੂੰ ਕਿਹਾ ਹੋਵੇ ਕਿ ਮੈਨੂੰ 1000-2000 ਰੁਪਇਆ ਉਧਾਰਾ ਦੇ ਦਿਓ ਜਾਂ ਕੁਛ ਦੇ ਦਿਓ। ਆਪਾਂ ਕਦੇ ਕਿਸੇ ਤੋਂ ਨਹੀਂ ਮੰਗੇ। 2 ਸਾਲ ਮੈਂ ਮੰਜੇ ਤੇ ਜਦੋਂ ਪਿਆ ਰਿਹਾ ਤੇ ਪਏ ਫਿਰ ਮੇਰੇ ਮਿਸਿਸ ਜੀ ਸਲਵਾਰਾਂ ਸਿਮਦੇ ਸੀਗੇ ਅਤੇ ਅਸੀਂ ਸਲਵਾਰਾਂ ਦੋਨੇ ਇਕੱਠੇ ਜਾਂਦੇ ਸੀ ਦੁਕਾਨ ਤੇ ਲੈਣ। ਤੇ ਰਸਤੇ 'ਚ ਇੱਕ ਪ੍ਰੈਸ ਵਾਲੇ ਦੀ ਦੁਕਾਨ ਆਉਂਦੀ ਸੀ, ਉਹ ਪ੍ਰੈਸ ਕਰਦਾ ਸੀ ਬੰਦਾ ਉਹਨਾਂ ਦੇ ਉੱਥੇ ਹੀ ਬਾਹਰ 'ਚ। ਤੇ ਮਿਸਿਸ ਤਾਂ ਉਹ ਉੱਥੋਂ ਦੁਕਾਨ ਤੋਂ ਲੈਣ ਲੱਗ ਜਾਂਦੀ ਸੀ ਸਲਵਾਰਾਂ। ਮੈਂ ਉਸ ਪ੍ਰੈਸ ਵਾਲੇ ਕੋਲ ਖੜ੍ਹ ਕੇ ਤੇ ਉਸ ਨੂੰ ਥੋੜ੍ਹਾ ਬਹੁਤ ਦੇਖਦਾ ਹੁੰਦਾ ਸੀ। ਉਦੋਂ ਮੈਨੂੰ 25 ਪੈਸੇ 20 ਪੈਸੇ ਦਿਖਦਾ ਹੁੰਦਾ ਸੀ ਤੇ ਮੈਂ ਦੇਖਦਾ। ਫਿਰ ਮੇਰੇ ਇੱਕ ਦਿਨ ਇਹੀਓ ਦਿਮਾਗ 'ਚ ਆਈ ਕਿ ਵੀ ਮੈਂ ਇਹ ਕੰਮ ਕਿਉਂ ਨਾ ਕਰ ਲਾਂ, ਵੀ ਇੱਕੋ ਜਗ੍ਹਾ 'ਤੇ ਖੜ੍ਹੇ ਰਹਿ ਕੇ ਕੰਮ ਕਰਨਾ, ਕਿਤੇ ਜਾਣਾ ਨਹੀਂ, ਕਿਤੇ ਆਉਣਾ ਨਹੀਂ। ਤੇ ਮੈਂ ਮਿਸਿਸ ਨੂੰ ਦੱਸਿਆ ਜਦੋਂ, ਉਹਨਾਂ ਨੇ ਕਿਹਾ ਕਿ ਵੀ ਨੁਕਸਾਨ ਹੋ ਸਕਦਾ ਕਿਸੇ ਦਾ, ਕਿ ਵੀ ਕੱਪੜਾ ਮੱਚ ਗਿਆ ਤੇ ਤਾਂ ਆਪਾਂ ਨੂੰ ਦੇਣਾ ਪਊਗਾ, ਆਪਾਂ ਤਾਂ ਵੈਸੇ ਔਖੇ ਹਾਂ। ਤੇ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ, ਪਰਮਾਤਮਾ ਹੈਗਾ ਵੀ ਅਗਰ ਆਪ ਬੰਦਾ ਹੌਸਲਾ ਕਰੇ, ਠੀਕ ਹੈ, ਇੱਕ ਦ੍ਰਿੜ ਨਿਸ਼ਚੈ ਕਰ ਲੇ ਤੇ ਕੋਈ ਵੀ ਕੰਮ ਮੈਂ ਕਹਿੰਦਾ ਕਿ ਵੀ ਔਖਾ ਨਹੀਂ। ਜਦੋਂ ਮੈਂ ਅੱਖਾਂ ਤੋਂ ਅੱਜ ਹੁੰਦੇ ਹੋਏ ਵੀ ਇਹ ਸੋਚ ਕੇ ਤੇ ਮੈਂ ਇਹ ਕੰਮ ਕਰਨ ਦੀ ਠਾਣ ਲਈ ਜਦੋਂ, ਤੇ ਫਿਰ ਮੇਰੇ ਕੋਲ ਇਹ ਕੰਮ ਕਰਨ ਵਾਸਤੇ ਪੈਸੇ ਨਹੀਂ ਸੀ। ਕਿਉਂ ਉਸ ਟਾਈਮ ਤਾਂ ਮੈਨੂੰ 5 ਰੁਪਏ 10 ਰੁਪਏ ਵੀ ਬਹੁਤ ਔਖੇ ਸੀਗੇ। ਤੇ ਇਸ ਕੰਮ ਵਾਸਤੇ ਘੱਟੋ ਘੱਟ ਜ਼ਿਆਦਾ ਨਹੀਂ ਤਾਂ 700-800 ਰੁਪਏ 1000 ਰੁਪਇਆ ਚਾਹੀਦਾ ਸੀ। ਉਹਦੇ ਵਾਸਤੇ ਮੈਂ ਆਪਣੀ ਇੱਕ ਛਾਂਪ ਸੀਗੀ ਉਹ ਮੈਂ ਗਹਿਣੇ ਰੱਖੀ 3 ਰੁਪਏ ਵਿਆਜ ਤੇ 1000 ਰੁਪਇਆ ਲਿਆ, ਜਿਹਦੇ ਕਰਕੇ ਉਹਦੇ ਕਰਕੇ ਮੇਰਾ ਇਹ ਕੰਮ ਚੱਲਿਆ। 450 ਰੁਪਏ ਦਾ ਮੈਂ ਬੈਂਚ ਬਣਵਾਇਆ, 300 ਰੁਪਏ ਦੀ ਮੈਂ ਪ੍ਰੈਸ ਲਿਆਂਦੀ, 60 ਰੁਪਏ ਦੇ ਕੋਲੇ ਲਿਆਂਦੇ, ਠੀਕ ਹੈ, ਤੇ ਬਾਕੀ 200 ਰੁਪਇਆ ਮੈਂ ਘਰੇ ਥੋੜ੍ਹਾ ਬਹੁਤ ਸਮਾਨ ਲੈ ਗਿਆ ਕਿ ਵੀ ਚੱਲ ਕੁਛ ਦਿਨ ਉਹ ਟੱਪਣਗੇ। ਉਸ ਤੋਂ ਬਾਅਦ ਜਦੋਂ ਇੱਥੇ ਮੈਂ ਅੱਡਾ ਲਾ ਲਿਆ ਤੇ ਮੇਰੇ ਕੋਲ ਕੋਈ ਗਾਹਕ ਨਹੀਂ ਹੁੰਦਾ ਸੀ। ਕਿਉਂ ਇਸ ਕਰਕੇ ਨਹੀਂ ਹੁੰਦਾ ਸੀ ਕਿ ਵੀ ਇਹਨੂੰ ਦਿਖਦਾ ਨਹੀਂ। ਜੇ ਦਿਖਦਾ ਨਹੀਂ ਕਿ ਵੀ ਨਾ ਜਾਣੇ ਕੱਪੜੇ ਸਾੜ ਦੇ, ਮਗਰ ਮੈਂ ਆਪਦੇ ਘਰੋਂ ਕੱਪੜੇ ਆਪਦੇ ਹੀ ਲਿਆਉਣੇ, ਪ੍ਰੈਸ ਲਾ ਲੈਣੀ ਤੇ ਮੈਂ ਕਰਨੇ ਕਿ ਵੀ ਕੋਈ ਦੇਖੂਗਾ ਤਾਂ ਮੇਰੇ ਕੋਲ ਜ਼ਰੂਰ ਅਗਲਾ ਕਹੂਗਾ ਕਿ ਵੀ ਹਾਂ ਕਰਦਾ ਪਿਆ। ਤੇ ਇਸ ਤਰ੍ਹਾਂ ਕਰਕੇ ਇਹ ਕੰਮ ਮੈਂ ਸ਼ੁਰੂ ਕੀਤਾ ਔਰ ਮੈਂ ਕੰਮ ਚਾਲੂ ਕੀਤਾ। ਤੇ ਉਸ ਤੋਂ ਬਾਅਦ ਸਾਲ ਸਵਾ ਸਾਲ ਤੱਕ ਮੇਰੇ ਕੋਲ ਗਾਹਕ ਨਹੀਂ ਆਉਂਦਾ ਸੀਗਾ। ਕਦੇ 1 ਸੂਟ ਆ ਗਿਆ, ਕਦੇ 2 ਸੂਟ ਆ ਗਿਆ। ਉਦੋਂ 2.5 ਰੁਪਏ ਸੂਟ ਦੇ ਲੈਂਦੇ ਹੁੰਦੇ ਸੀ ਵੱਧ ਤੋਂ ਵੱਧ। ਬਾਅਦ 'ਚ ਕਦੇ ਐਂ ਵੀ ਹੁੰਦਾ ਸੀਗਾ ਵੀ ਕੋਈ ਗਾਹਕ ਤੁਹਾਡੇ ਕੋਲ ਆਇਆ ਹੋਵੇ ਵੀ ਐਂ ਸੋਚ ਕੇ ਮੁੜ ਗਿਆ ਵੀ ਯਾਰ ਇਹ ਨੇਤਰਹੀਣ ਦਿਖਦਾ ਨਹੀਂ ਇਹਨਾਂ ਨੂੰ ਤੇ ਆਪਾਂ ਕੱਪੜੇ ਸਾਡੇ ਖਰਾਬ ਮੱਚ ਨਾ ਜਾਣ? ਇਸ ਤਰ੍ਹਾਂ ਮੇਰੇ ਨਾਲ ਸਟਾਰਟਿੰਗ ਦੇ ਵਿੱਚ ਗਾਹਕ ਇਸੇ ਕਰਕੇ ਨਹੀਂ ਆਉਂਦੇ ਸੀ ਕਿ ਵੀ ਨਾ ਜਾਣੇ ਕੱਪੜੇ ਨਾ ਮੱਚ ਜਾਣ, ਮਗਰ ਆਉਂਦੇ ਰਹਿੰਦੇ ਸੀ। ਉਦੋਂ ਬਾਅਦ ਹੌਲੀ ਹੌਲੀ ਕੰਮ ਚੱਲਿਆ। ਚੱਲਣ ਤੋਂ ਬਾਅਦ ਸਵਾ ਸਾਲ ਤੋਂ ਫਿਰ 1-2 ਵਾਰ ਮੇਰੇ ਤੋਂ ਨੁਕਸਾਨ ਵੀ ਹੋਇਆ। ਨੁਕਸਾਨ ਕੀ ਕਿ ਵੀ ਕਿਸੇ ਦੇ ਕੱਪੜੇ ਦੇ ਲੱਗ ਗਈ। ਤੇ ਜਦੋਂ ਉਹਨਾਂ ਨੂੰ ਮੈਂ ਦੱਸਿਆ ਕਿ ਵੀ ਐਂ ਕਰਕੇ, ਤੇ ਉਹ ਮੇਰੇ ਜਾਣਕਾਰ ਲਾ ਲਓ ਜਾਂ ਮੇਰੇ ਤੇ ਹਮਦਰਦੀ ਰੱਖਦੇ ਹੋਏ ਲਾ ਲਓ, ਤੇ ਉਹਨਾਂ ਨੇ ਮਤਲਬ ਕਿਹਾ ਕਿ ਚੱਲ ਕੋਈ ਗੱਲ ਨਹੀਂ, ਇਹ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਗਲਤੀ ਸਾਡੇ ਤੋਂ ਵੀ ਹੋ ਸਕਦੀ ਸੀ, ਚੱਲ ਕੋਈ ਗੱਲ ਨਹੀਂ। ਇੱਕ ਦਿਨ ਇੱਕ ਸਾੜੀ ਦੇ ਉੱਪਰ ਕੋਲੇ ਡਿੱਗੇ ਸੀ 2, ਠੀਕ ਹੈ, 2-3 ਮੋਰੀਆਂ ਹੋ ਗਈਆਂ ਸੀ ਛੋਟੇ ਛੋਟੇ। ਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਵੀ ਮੈਨੂੰ ਜਾਣਦੇ ਸੀ ਉਹ ਕਹਿੰਦੇ ਨਹੀਂ ਚਲੋ ਕੋਈ ਗੱਲ ਨਹੀਂ ਕਿ ਵੀ ਆਪਾਂ ਰਫੂ ਕਰਾ ਲਾਂਗੇ। ਤੇ ਕਹਿੰਦੇ ਕਿ ਵੀ ਗਲਤੀਆਂ ਕਰਕੇ ਹੀ ਬੰਦਾ ਕੋਈ ਵੀ ਕੰਮ ਹੈ ਉਹਦੇ ਤੇ ਮਤਲਬ ਜਿੱਤ ਹਾਸਲ ਕਰਦਾ। ਅੱਛਾ, ਤੁਸੀਂ ਕੱਪੜੇ ਪ੍ਰੈਸ ਕਰਦੇ ਸੀ ਤਾਂ ਇੱਥੇ ਕਦੇ ਐਂ ਵੀ ਤੁਹਾਡੇ ਨਾਲ ਆਇਆ ਸੀ ਕੱਪੜੇ ਕੋਈ ਤੁਹਾਨੂੰ ਹੋਰ ਦੇ ਗਿਆ ਹੋਵੇ, ਲੈ ਕੋਈ ਹੋਰ ਗਿਆ ਹੋਵੇ, ਇੱਦਾਂ ਦੀ ਕਦੇ ਕੋਈ ਗੱਲਬਾਤ ਹੋਈ ਹੋਵੇ ਤੁਹਾਡੇ ਨਾਲ? ਇਸ ਤਰ੍ਹਾਂ ਦੀ ਇੱਕ ਵਾਰ ਹੋਈ ਹੈ ਜੀ ਮੇਰੇ ਨਾਲ, ਕਾਫੀ ਟਾਈਮ ਹੋ ਗਿਆ। ਉਸ ਟਾਈਮ ਹੋਈ ਸੀਗੀ ਇੱਕ ਇੱਥੇ ਲੇਡੀਜ਼ ਕਾਂਸਟੇਬਲ ਹੀ ਸੀਗੇ, ਉਹਨਾਂ ਦੇ ਕੱਪੜੇ ਸੀਗੇ 18-20 ਕੱਪੜੇ ਹੋਣਗੇ ਲਗਭਗ। ਤੇ ਉਹ ਮੈਥੋਂ ਕਰਵਾਉਂਦੇ ਹੁੰਦੇ ਸੀ। ਉਹਨਾਂ ਦੀ ਫੈਮਿਲੀ ਨੂੰ ਮੈਂ ਜਾਣਦਾ ਹੀ ਸੀ, ਮਗਰ ਇੱਕ 3rd ਪਰਸਨ ਬੰਦਾ ਕੋਈ ਆ ਗਿਆ ਇੱਕ ਦਿਨ, ਤੇ ਉਹਨਾਂ ਨੇ ਦੱਸਿਆ ਕਿ ਵੀ ਐਂ ਕਰਕੇ ਉੱਥੋਂ ਕੱਪੜੇ ਹੋਏ ਤੁਹਾਡੇ ਹੈਗੇ ਆ ਤੁਹਾਡੇ ਕੋਲੇ। ਉਹ ਮੈਂ ਇਹ ਕਹਿ ਬੈਠਿਆ ਕਿ ਵੀ ਉਹਨਾਂ ਦੇ ਪੁਲਿਸ ਵਾਲਿਆਂ ਦੇ ਲੇਡੀਜ਼ ਪੁਲਿਸ ਹੈ, ਕਹਿੰਦੇ ਹਾਂਜੀ। ਤੇ ਉਹ ਮੈਂ ਕੱਪੜੇ ਦੇਣ ਲੱਗਿਆ ਤੇ ਉਹਨੇ ਪੈਸੇ ਵੀ ਪੁੱਛੇ ਤੇ ਮੈਨੂੰ ਪੈਸੇ ਵੀ ਦੇਣ ਲੱਗਿਆ। ਪਰ ਮੇਰੇ ਮਨ 'ਚ ਪਤਾ ਨਹੀਂ ਕਿਉਂ ਕਹਿੰਦੇ ਕਿ ਵੀ ਜਦੋਂ ਨੁਕਸਾਨ ਹੋਣ ਤੋਂ ਬਚਣਾ ਹੋਵੇ, ਤੇ ਮੇਰੇ ਅਚਾਨਕ ਮੇਰੇ ਮਨ 'ਚ ਆਈ ਕਿ ਵੀ ਮੈਂ ਕਿਹਾ ਵੀ ਉਹਨਾਂ ਦੀ ਫੈਮਿਲੀ 'ਚੋਂ ਕਿਸੇ ਵੀ ਇੱਕ ਬੰਦੇ ਨੂੰ ਲਿਆ ਕਿ ਵੀ ਮੈਂ ਤੁਹਾਨੂੰ ਜਾਣਦਾ ਨਹੀਂ ਤੇ ਇਸ ਕਰਕੇ ਮੈਂ ਕੱਪੜੇ ਫੇਰ ਦੇਵਾਂਗਾ। ਤੇ ਫਿਰ ਉਹ ਬੰਦਾ ਚਲਿਆ ਗਿਆ। ਔਰ ਜਦੋਂ ਉਹ ਲੈਣ ਆਏ ਜਿਨ੍ਹਾਂ ਦੇ ਕੱਪੜੇ ਸੀ, ਉਹਨਾਂ ਨੂੰ ਮੈਂ ਇਹ ਗੱਲ ਦੱਸੀ, ਉਹ ਕਹਿੰਦੇ ਅਸੀਂ ਤਾਂ ਕੋਈ ਬੰਦਾ ਹੀ ਨਹੀਂ ਭੇਜਿਆ। ਤੇ ਮੈਂ ਉਹ ਤਾਂ ਸ਼ੁਕਰ ਹੈ ਕਿ ਵੀ ਮੈਂ ਕੱਪੜੇ ਤੁਹਾਡੇ ਦਿੱਤੇ ਨਹੀਂ, ਤੇ ਤੁਸੀਂ ਮਤਲਬ ਕਿ ਅੱਗੇ ਤੋਂ ਮਤਲਬ ਕਿ ਆਪ ਹੀ ਆਇਆ ਕਰੋ। ਬਾਈ ਚਾਂਸ ਹੋ ਸਕਦਾ ਤੁਸੀਂ ਕਿਸੇ ਨੂੰ ਕਿਹਾ ਹੋਵੇ ਨਾ ਤੁਹਾਡੇ ਧਿਆਨ ਹੋਵੇ,
ਤੇ ਇਸ ਤਰ੍ਹਾਂ ਹੋਇਆ ਜੀ ਮੇਰੇ ਨਾਲ ਇੱਕ ਵਾਰ ਹੋਇਆ। ਅੱਛਾ, ਕਦੇ ਐਵੇਂ ਹੀ ਹੋਇਆ ਹੋਵੇ ਵੀ ਤੁਹਾਡੇ ਕੋਲ ਕੱਪੜੇ ਪ੍ਰੈਸ ਕਰਾਏ ਹੁਣ ਤੁਹਾਨੂੰ ਪੈਸੇ ਨਾ ਦੇ ਕੇ ਗਿਆ ਹੋਵੇ ਜਾਂ ਘੱਟ ਦੇ ਗਿਆ ਹੋਵੇ? ਇਸ ਤਰ੍ਹਾਂ ਮੇਰੇ ਨਾਲ ਕਈ ਵਾਰੀ ਹੋਇਆ। ਹੁਣ ਮੇਰੇ ਕਈ ਦਿਮਾਗ 'ਚ ਵੀ ਆਉਂਦੇ ਆ ਕਿ ਵੀ ਹਾਂ ਕੋਈ ਮਤਲਬ ਕਿ 3 ਸੂਟ ਕਰਾ ਗਿਆ ਕਿ ਮੈਂ ਪੈਸੇ ਹੁਣੇ ਦੇ ਜਾਂਦੀ ਹਾਂ। ਲੇਡੀਜ਼ ਆਈ ਇੱਕ, ਮਗਰ ਉਹ ਕਦੇ ਮੁੜ ਕੇ ਨਹੀਂ ਆਈ। ਇੱਕ ਦੋ ਵਾਰ ਹੋਰ ਹੋਈ ਆ ਮੇਰੇ ਨਾਲ ਐਵੇਂ। ਤੇ ਇੱਕ ਵਾਰ ਇੱਕ ਮੁੰਡਾ ਮੈਥੋਂ ਪ੍ਰੈਸ ਕਰਵਾ ਗਿਆ ਤੇ 60 ਰੁਪਏ ਦੇ ਗਿਆ। ਉਹ ਮੈਂ 60 ਰੁਪਏ ਜੇਬ 'ਚ ਪਾ ਲਏ ਤੇ ਜਦੋਂ ਅਗਲਾ ਗਾਹਕ ਆਇਆ ਮੈਂ ਉਹਨੂੰ 30 ਰੁਪਏ ਮੋੜਨ ਲੱਗਿਆ ਤੇ ਉਹ 30 ਰੁਪਏ ਮੋੜੇ ਜਦੋਂ ਤੇ ਉਹ ਮੈਨੂੰ ਕਹਿੰਦਾ ਯਾਰ ਗਿਆਨ ਆਹ ਕੀ ਕਰੀ ਜਾਂਦਾ? ਮੈਂ ਕੀ? ਕਹਿੰਦਾ ਕਿ ਵੀ ਇਹ ਤਾਂ ਕੂਪਨ ਹੈਗੇ ਬੱਚਿਆਂ ਦੇ। ਤੇ ਮੈਂ ਨਹੀਂ, ਮੈਂ ਤਾਂ 60 ਰੁਪਏ ਕਿਸੇ ਕੋਈ ਗਾਹਕ ਦੇ ਕੇ ਗਿਆ ਮੈਨੂੰ, ਆਹ ਦੇਖ 30 ਰੁਪਏ ਹੋਰ ਪਏ ਆ। ਉਹ ਕਹਿੰਦਾ ਨਹੀਂ ਗਿਆਨ, ਇਹ ਤਾਂ 60 ਰੁਪਏ ਨਕਲੀ ਹੈ, ਕੂਪਨ ਹੈ ਬੱਚਿਆਂ ਦੇ। ਫਿਰ ਉਹ ਮੁੜ ਕੇ ਪਤਾ ਨਹੀਂ ਮੇਰੇ ਕੋਲ ਬੰਦਾ ਉਹ ਮੁੰਡਾ ਆਇਆ ਨਹੀਂ ਆਇਆ ਤੇ ਮੁੜ ਕੇ ਨਹੀਂ ਮੈਨੂੰ ਪਤਾ ਲੱਗਿਆ। ਅੱਛਾ ਗਿਆਨਚੰਦ ਜੀ, ਘਰ ਤੁਹਾਡਾ ਇੱਥੋਂ ਦੂਰ ਆ, ਫਿਰ ਘਰ ਤੋਂ ਦੁਕਾਨ ਤੱਕ ਫਿਰ ਕਿਵੇਂ ਆਉਣੇ ਤੁਸੀਂ? ਕੌਣ ਛੱਡ ਕੇ ਜਾਂਦਾ ਜਾਂ ਆਪ ਹੀ ਆਉਣੇ? ਨਹੀਂ, ਪਹਿਲੇ ਮੇਰਾ ਬੇਟਾ ਛੱਡ ਕੇ ਜਾਂਦਾ ਹੁੰਦਾ ਸੀ। ਆਹ ਲੋਕਡਾਊਨ ਜਦੋਂ ਲੱਗਿਆ ਤੇ ਉਸ ਤੋਂ ਬਾਅਦ ਮੇਰਾ ਇੱਕ ਯਾਰ ਦੋਸਤ ਸੀਗਾ ਰਾਮਚੰਦਰ, ਉਹ ਮੈਨੂੰ ਛੱਡ ਕੇ ਆਉਂਦਾ ਰਿਹਾ, ਲਿਜਾਂਦਾ ਰਿਹਾ, ਠੀਕ ਹੈ। ਤੇ ਹੁਣ ਮੇਰਾ ਬੇਟਾ ਲੈ ਕੇ ਜਾਂਦਾ ਜੀ। ਇੱਥੋਂ ਮੇਰਾ 2 ਕਿਲੋਮੀਟਰ ਘਰ ਪੈ ਜਾਂਦਾ। ਉਹ ਸਵੇਰ ਛੱਡ ਜਾਂਦਾ, ਸ਼ਾਮ ਨੂੰ ਲੈ ਜਾਂਦਾ ਮੈਨੂੰ। ਬਾਕੀ ਇੱਥੇ ਵੀ ਮੈਂ ਕਿਸੇ ਨੂੰ ਅਗਰ ਕਹਿ ਦਿਆਂ ਦੁਕਾਨਾਂ ਵਾਲਿਆਂ ਨੂੰ, ਕੋਈ ਮੈਨੂੰ ਇਹ ਨਹੀਂ ਕਿ ਵੀ ਨਹੀਂ ਛੱਡ ਕੇ ਆਉਂਦਾ, ਤੇ ਲੈ ਵੀ ਆਉਂਦੇ ਆ, ਛੱਡ ਵੀ ਆਉਂਦੇ ਆ। ਅੱਛਾ, ਹੁਣ ਗੱਲ ਕਰੀਏ ਘਰ ਦੀ, ਤੇ ਘਰ ਦੇ ਵਿੱਚ ਕੌਣ ਕੌਣ ਆ ਤੁਹਾਡੇ? ਘਰ ਦੇ ਵਿੱਚ ਮਿਸਿਜ ਹੈ ਜੀ, ਮੇਰਾ ਬੇਟਾ ਹੈ ਔਰ ਮੈਂ ਹਾਂ ਜੀ। ਅੱਛਾ, ਤੇ ਹੁਣ ਤੁਸੀਂ ਇੱਥੇ ਕੰਮ ਕਰਦੇ ਹੋ ਤਾਂ ਕਿੰਨੀ ਕੁ ਜਿਹੜੀ ਦਿਹਾੜੀ ਤੁਹਾਨੂੰ ਇੱਥੇ ਬਣ ਜਾਂਦੀ ਹੈ ਕੱਪੜੇ ਪ੍ਰੈਸ ਕਰਨ? ਇਹ ਲੋਕਡਾਊਨ ਤੋਂ ਪਹਿਲੇ ਤਾਂ ਵਧੀਆ ਸੀਗਾ ਜੀ, 500-400 ਰੁਪਇਆ ਬਣ ਜਾਂਦਾ ਹੁੰਦਾ ਸੀ। ਤੇ ਮਗਰ ਆ ਹੁਣ ਜਿਹੜਾ ਹੈਗਾ ਲੋਕਡਾਊਨ ਤੋਂ ਬਾਅਦ ਕਿ ਵੀ ਅੱਜ ਵੀ ਮਤਲਬ ਕਿ ਇੰਨਾ ਕੰਮ ਹੈ ਨਹੀਂ। ਵੀ ਹੁਣ ਤਾਂ ਵੱਧ ਤੋਂ ਵੱਧ ਕਦੇ 100 ਬਣ ਗਿਆ, ਕਦੇ 200 ਬਣ ਗਿਆ, ਕਦੇ 250 ਬਣ ਗਿਆ, ਜਿਹਦੇ ਵਿੱਚੋਂ ਕਿ 150 ਰੁਪਏ ਦਾ ਖਰਚਾ ਪੈ ਜਾਂਦਾ, ਕੋਲੇ ਦਾ ਔਰ ਦੁਕਾਨ ਦਾ ਕਿਰਾਇਆ, ਠੀਕ ਹੈ। ਤੇ 100-150 ਰੁਪਏ ਪੱਲੇ ਪੈਂਦਾ ਤੇ ਉਹਦੇ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਜੀ। ਅੱਛਾ, ਮੈਂ ਸੁਣਿਆ ਲੋਕਡਾਊਨ ਦੇ ਵਿੱਚ ਵੀ ਤੁਸੀਂ ਕੱਪੜੇ ਪ੍ਰੈਸ ਕਰਦੇ ਰਹੇ ਹੋ? ਹਾਂਜੀ, ਜਦੋਂ ਕਰਫਿਊ ਲੱਗਿਆ ਆਪਣੇ 22 ਮਾਰਚ ਨੂੰ ਤੇ ਮੈਂ ਵੀ ਦੁਕਾਨ ਵਧਾਤੀ ਸੀਗੀ, ਸਾਰੇ ਚਲੇ ਗਏ ਸੀ। ਉਸ ਤੋਂ ਬਾਅਦ 2-3 ਦਿਨ ਮੈਂ ਰਿਹਾ, ਜਦੋਂ ਮੈਂ ਨਿਊਜ਼ ਸੁਣਦਾ ਰਿਹਾ ਕਿ ਵੀ ਹਾਂ ਪੁਲਿਸ ਵਾਲੇ 24 ਘੰਟੇ ਡਿਊਟੀਆਂ ਕਰ ਰਹੇ ਆ, ਰੋਡਾਂ ਤੇ ਖੜੇ ਆ, ਡਾਕਟਰ ਕਰ ਰਿਹਾ, ਪੈਰਾਮਿਲਟਰੀ ਸਟਾਫ ਕਰ ਰਿਹਾ, ਤਾਂ ਮੈਂ ਕੁਝ ਹੋਰ ਤਾਂ ਕਰ ਨਹੀਂ ਸਕਦਾ ਸੀ ਕਿਉਂ ਮੈਂ ਵੀ ਕਿਸੇ ਟਾਈਮ ਸਹਾਰਾ ਵੈਲਫੇਅਰ ਦੇ ਨਾਲ ਜੁੜਿਆ ਹੋਇਆ ਸੀ, ਵਿਜੇ ਕੁਮਾਰ ਜੀ ਨਾਲ। ਤੇ ਇਸ ਕਰਕੇ ਮੇਰੀ ਸ਼ੁਰੂ ਤੋਂ ਹੀ ਮਤਲਬ ਕਿ ਲੋਕਾਂ ਦੇ ਮਤਲਬ ਕਿ ਕੰਮ ਆਉਣ ਦੀ ਇੱਛਾ ਰਹੀ ਹੈ। ਕਿਸੇ ਵੀ ਤਰ੍ਹਾਂ ਦਾ ਵੀ ਮੈਂ ਕਰ ਸਕਦਾ ਉਹ ਕਰਦਾ ਰਿਹਾ ਮੈਂ। ਤੇ ਹੁਣ ਮੈਂ ਮਤਲਬ ਕਿ ਜਦੋਂ ਮੇਰੇ ਮਨ 'ਚ ਇਹ ਆਈ ਤੇ ਰਾਤ ਨੂੰ ਮੇਰੇ ਮਨ 'ਚ ਆ ਗਈ ਕਿ ਵੀ ਆਪਾਂ ਦੁਕਾਨ ਖੋਲ੍ਹਦੇ ਹਾਂ ਔਰ ਇਹਨਾਂ ਦੀਆਂ ਵਰਦੀਆਂ ਜਿਹੜੀਆਂ ਪ੍ਰੈਸ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਮੁਲਾਜ਼ਮਾਂ ਦੀਆਂ, ਤੇ ਕਿਉਂ ਨਾ ਆਪਾਂ ਇਹਨਾਂ ਦੀਆਂ ਵਰਦੀਆਂ ਫ੍ਰੀ ਦੇ ਵਿੱਚ ਸੇਵਾ ਦੀ ਸੇਵਾ ਹੋ ਜੂਗੀ ਤੇ ਨਾਲੇ ਕੰਮ ਦਾ ਕੰਮ ਹੋ ਜੂਗਾ, ਨਾਲੇ ਮੈਂ ਦੁਕਾਨ ਤੇ ਜਾਊਂਗਾ ਤੇ ਮੇਰਾ ਜੀ ਵੀ ਲੱਗਿਆ ਰਹੂਗਾ। ਘਰੇ ਟਾਈਮ ਨਹੀਂ ਪਾਸ ਹੁੰਦਾ ਸੀ। ਤਾਂ ਮੈਂ ਲਗਭਗ 2.5 ਮਹੀਨੇ ਲਗਾਤਾਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ, ਡਾਕਟਰਾਂ ਦੀਆਂ ਔਰ ਨਰਸਾਂ ਦੀਆਂ ਮੈਂ ਵਰਦੀਆਂ ਪ੍ਰੈਸ ਕੀਤੀਆਂ। ਤੇ ਕਈ ਮੁਲਾਜ਼ਮ ਮੈਨੂੰ ਪੈਸੇ ਵੀ ਦੇਣ ਲੱਗਦੇ ਸੀ ਕਿ ਵੀ ਨਹੀਂ ਗਿਆਨ ਤੂੰ ਪੈਸੇ ਲੈ ਯਾਰ, ਕੋਈ ਗੱਲ ਨਹੀਂ। ਮੈਂ ਕਿਹਾ ਨਹੀਂ, ਜਦੋਂ ਮੈਂ ਇੱਕ ਸੇਵਾ ਦਾ ਹੀ ਕੰਮ ਹੀ ਕਰ ਰਿਹਾ ਤੇ ਮੈਂ ਪੈਸੇ ਨਹੀਂ ਲੈਂਦਾ ਕਿ ਤੁਸੀਂ ਵੀ ਤੇ ਸਾਡੇ ਲਈ ਖੜੇ ਡਿਊਟੀਆਂ ਕਰ ਰਹੇ ਹੋ ਰੋਡਾਂ ਤੇ ਖੜੇ ਹੋ ਕੇ। ਤੁਸੀਂ ਜਦੋਂ ਪੁਲਿਸ ਦੇ ਵਿੱਚ ਸੀ ਤਾਂ ਅਫਸਰਾਂ ਨਾਲ ਗਨਮੈਨ ਵੀ ਰਹੇ ਹੋ, ਤਾਂ ਕਦੇ ਕਿਸੇ ਅਫਸਰ ਨੇ ਤੁਹਾਡੀ ਆ ਕੇ ਸਹਾਇਤਾ ਨਹੀਂ ਕੀਤੀ? ਹੁਣ ਨਹੀਂ ਜੀ, ਹੁਣ ਮੇਰੇ ਕੋਲ ਕੋਈ ਨਹੀਂ ਆਇਆ ਜੀ। ਤੇ ਇਹ ਮੇਰੇ ਖਿਆਲ 2 ਸਾਲ ਟੱਪ ਗਏ ਇਹਨਾਂ ਗੱਲਾਂ ਨੂੰ ਤੇ ਹਲੇ ਤੱਕ ਕੋਈ ਨਹੀਂ ਮੇਰੇ ਕੋਲ ਕਿਸੇ ਨੇ ਪੁੱਛਿਆ। ਅੱਛਾ, ਤੁਸੀਂ ਇੰਨੇ ਮੁਸ਼ਕਲ ਦੌਰ ਦੇ ਵਿੱਚੋਂ ਲੰਘੇ ਹੋ ਤਾਂ ਅਕਸਰ ਹੀ ਲੋਕ ਨਾ ਛੋਟੀ ਛੋਟੀ ਗੱਲ 'ਤੇ ਸੁਸਾਈਡ ਕਰਨ ਨੂੰ ਜਾਂਦੇ ਨੇ, ਇਹਦੇ ਬਾਰੇ ਕੀ? ਦੇਖੋ, ਸੁਸਾਈਡ ਕਰਨ ਜਾਂਦੇ ਆ ਉਹ ਤਾਂ ਬਹੁਤ ਗਲਤ ਗੱਲ ਹੈ। ਪਰਮਾਤਮਾ ਨੇ ਆਪਾਂ ਨੂੰ ਦੇਖੋ ਜੀਵਨ ਦਿੱਤਾ, ਪਤਾ ਨਹੀਂ ਕੋਈ ਕਹਿੰਦਾ ਪਤਾ ਨਹੀਂ 84 ਤੋਂ ਦੁਨੀਆ ਭੁਗਤਣ ਤੋਂ ਬਾਅਦ ਦਿੱਤਾ, ਕਿਵੇਂ ਦਿੱਤਾ, ਮਗਰ ਮੈਂ ਇੰਨਾ ਤਾਂ ਨਹੀਂ ਸਿਆਣਾ ਨਾ ਮੈਂ ਕਹਿ ਸਕਾਂ, ਮਗਰ ਮੈਂ ਤਾਂ ਇੰਨਾ ਦੱਸ ਸਕਦਾ ਕਿ ਇਹ ਜਿਹੜੀ ਜੂਨ ਹੈ ਆਪਣੀ, ਇਹ ਬਹੁਤ ਮਤਲਬ ਕਿ ਕਰਮਾਂ ਦੇ ਨਾਲ ਆਪਾਂ ਨੂੰ ਮਿਲੀ ਹੈ, ਠੀਕ ਹੈ। ਆਪਣੇ ਮਾਂ-ਬਾਪ ਹੈਗੇ ਆ, ਭੈਣ ਭਰਾ ਹੈਗੇ ਆ, ਬੱਚੇ ਹੈਗੇ ਆ, ਠੀਕ ਹੈ। ਤੇ ਇਹ ਕੋਈ ਵੀ ਐਸਾ ਕੋਈ ਕੰਮ ਨਹੀਂ ਵੀ ਜਿਸ ਤੋਂ ਕਿ ਬੰਦਾ ਹਾਰ ਮੰਨ ਲੇ, ਔਰ ਮੰਨਣੀ ਚਾਹੀਦੀ ਹੈ। ਅਗਰ ਆਪਾਂ ਥੋੜ੍ਹਾ ਹੌਸਲਾ ਕਰ ਲਈਏ ਕਿ ਵੀ ਮੁਸੀਬਤਾਂ ਤਾਂ ਦੇਖੋ ਕਿਸੇ ਵੀ ਚੀਜ਼ ਦੇ 2 ਪਹਿਲੂ ਹੈ। ਜੇ ਅੱਜ ਸੁੱਖ ਹੈ ਤੇ ਕੱਲ੍ਹ ਦੁੱਖ ਵੀ ਆਉਣਾ, ਜੇ ਅੱਜ ਦੁੱਖ ਹੈ ਤੇ ਕੱਲ੍ਹ ਸੁੱਖ ਵੀ ਆਉਣਾ, ਧੁੱਪ ਹੈ ਤੇ ਛਾਂ ਵੀ ਆਉਣੀ ਹੈ, ਇਨਸਾਨ ਹੈ, ਲੇਡੀਜ਼ ਹੈ ਤੇ ਜੈਂਟਸ ਵੀ ਹੈ, ਹਰੇਕ ਚੀਜ਼ ਮਤਲਬ ਕਿ ਉਹ ਬਣੀ ਹੋਈ ਹੈ। ਇਸ ਕਰਕੇ ਕਦੇ ਵੀ ਕਿਸੇ ਵੀ ਕੋਈ ਵੀ ਔਕੜ ਆ ਜਾਂਦੀ ਹੈ, ਦੁੱਖ ਆ ਜਾਂਦਾ ਤੇ ਉਸ ਤੋਂ ਹਾਰਨਾ ਨਹੀਂ ਚਾਹੀਦਾ, ਠੀਕ ਹੈ। ਇਹ ਨਿਰਾਸ਼ ਹੋ ਕੇ ਆਪਾਂ ਸੁਸਾਈਡ ਕਰ ਲੈਂਦੇ ਹਾਂ, ਬਹੁਤ ਮਾੜੀ ਗੱਲ ਹੈਗੀ ਹੈ। ਮੈਂ ਦੇਖਦਾ ਸਾਡੇ ਇੱਥੇ ਆਪ ਦੇ ਵੀ ਕਈ ਦੇਖਦੇ ਹਾਂ ਕਿ ਵੀ ਯੰਗ ਮੁੰਡੇ ਨਸ਼ਿਆਂ ਦੇ ਵਿੱਚ, ਮੈਂ ਕਰਾਂ ਉਹਨਾਂ ਦੇ ਹੁਣ ਲਟਕੇ ਹੁੰਦੇ ਆ ਟੀਕੇ ਔਰ ਉਹ ਮਰ ਜਾਂਦੇ ਆ, ਜਾਂ ਕਈ ਵੈਸੇ ਕਿਸੇ ਦੇ ਕਰਜ਼ਾ ਸਿਰ ਕਰ ਲੈਂਦੇ ਆ, ਠੀਕ ਹੈ, ਲੈਟਰੀਆਂ 'ਚ ਪੈ ਜਾਂਦੇ ਆ। ਤੇ ਉਹ
ਇੱਕ ਇੱਥੇ ਦਰਖਤ ਦੇ ਨਾਲ ਵੀ ਮੁੰਡਾ ਲਟਕਿਆ ਸਾਡੇ ਮਿਲਿਆ, ਠੀਕ ਹੈ। ਇਹ ਕੁਝ ਕਰਨਾ ਮੈਂ ਤਾਂ ਕਹਿੰਦਾ ਕਿ ਵੀ ਬਹੁਤ ਮਾੜੀ ਗੱਲ ਹੈ, ਵੀ ਹੌਸਲਾ ਕਰਕੇ ਕੰਮ ਕੋਈ ਵੀ ਕਰ ਲਓ ਤੁਸੀਂ, ਛੋਟਾ ਵੱਡਾ ਕੰਮ ਨਹੀਂ ਹੁੰਦਾ, ਕੰਮ ਕੋਈ ਵੀ ਕਰ ਲਓ ਕਿ ਵੀ ਉਹਦੇ ਵਿੱਚ ਆਪਾਂ ਨੂੰ ਪ੍ਰਮਾਤਮਾ ਬਰਕਤ ਦਿੰਦਾ। ਜਦੋਂ ਆਪਾਂ ਕੰਮ ਕਰਾਂਗੇ ਨਾ ਤੇ ਪ੍ਰਮਾਤਮਾ ਆਪਣੇ ਆਪ ਆਪਣੀ ਬਾਹ ਫੜਦਾ ਤੇ ਉਹਦੇ ਵਿੱਚ ਗੁਜ਼ਾਰਾ ਬਹੁਤ ਵਧੀਆ ਹੁੰਦਾ। ਅੱਛਾ, ਜਦੋਂ ਇੱਕੋ ਦਮ ਤੁਹਾਡੀ ਜਦੋਂ ਨਿਗਾਹ ਗਈ ਤਾਂ ਫਿਰ ਘਰਦਿਆਂ ਦਾ ਸਾਥ ਤੁਹਾਡੇ ਨਾਲ ਸੀਗਾ, ਉਹਨਾਂ ਦਾ, ਤੁਹਾਡੀ ਵਾਈਫ ਦਾ ਜਾਂ ਘਰੋਂ? ਘਰੋਂ ਤਾਂ ਦੇਖੋ ਜੀ ਮੈਨੂੰ ਵਾਈਫ ਦਾ ਹੀ ਸਾਥ ਮਿਲਿਆ ਸੀ, ਤੇ ਮੈਂ ਕਹਿੰਦਾ ਕਿ ਵੀ ਜੇ ਉਹ ਅਗਰ ਮੈਨੂੰ ਸਾਥ ਨਾ ਦਿੰਦੇ ਤੇ ਅੱਜ ਵੀ ਜੋ ਮੇਰੇ ਬੱਚੇ, ਗੁੜੀਆ ਮੈਂ ਵਿਆਹਤੀ ਹੈ, ਠੀਕ ਹੈ, ਬੇਟਾ ਮੇਰਾ ਹੁਣ ਪੜ੍ਹਾਈ ਕਰ ਰਿਹਾ ਡਿਪਲੋਮਾ, ਤੇ ਮੈਂ ਕਹਿੰਦਾ ਕਿ ਵੀ ਇੱਥੋਂ ਤੱਕ ਮੇਰੇ ਬੱਚੇ ਪਹੁੰਚਣੇ ਨਹੀਂ ਸੀ ਔਰ ਨਾ ਮੈਂ ਪਹੁੰਚਣਾ ਸੀ, ਔਰ ਮੈਂ ਕਦੋਂ ਦਾ ਖੁਦਕੁਸ਼ੀ ਕੀਤੀ ਹੁੰਦੀ, ਔਰ ਅੱਜ ਭੁੱਲੇ ਹੁੰਦੇ ਲੋਕ ਕਿ ਵੀ ਹਾਂ ਕੋਈ ਗਿਆਨ ਸੀ, ਮਗਰ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ, ਇੱਕ ਵਾਰ ਖੁਦਕੁਸ਼ੀ ਕਰਨ ਤੋਂ ਵੀ ਮੈਨੂੰ ਰੋਕਿਆ, ਠੀਕ ਹੈ। ਇੱਥੋਂ ਤੱਕ ਕਿ ਮੈਨੂੰ ਇਹ ਦੱਸੋ ਕਿ ਵੀ ਅੱਜ ਤੱਕ ਕੋਈ ਐਸਾ ਇਨਸਾਨ ਹੋਊਗਾ ਜੋ ਆਪਣੀ ਮਿਸਿਜ ਨੂੰ ਕਹਿ ਦੇ ਕਿ ਵੀ ਆਪਣੇ ਪੇਕੇ ਘਰ ਜਾ ਮਾਂ ਦੇ ਕੋਲੇ, ਤੂੰ ਕਿਤੇ ਹੋਰ ਦੇਖ ਲੈ ਕੋਈ ਮੁੰਡਾ, ਕਿ ਵੀ ਮਾਂ-ਬਾਪ ਦੇਖ ਲੈਣ, ਔਰ ਮੈਂ ਆਪਣੇ ਹੱਥੀਂ ਤੇਰਾ ਕਰ ਦੂੰਗਾ, ਕਿਉਂਕਿ ਮੇਰੇ ਬੱਚੇ ਉਸ ਟਾਈਮ ਛੋਟੇ ਸੀ, ਮੈਂ ਯੰਗ ਸੀਗਾ, ਠੀਕ ਹੈ, ਉੱਧਰੋਂ ਉਹ ਵੀ ਯੰਗ ਸੀਗੀ, ਤੇ ਮੇਰੀ ਉਮਰ ਡਾਕਟਰਾਂ ਨੇ ਮੈਨੂੰ ਜਵਾਬ ਦੇ ਦਿੱਤਾ ਸੀ ਕਿ ਵੀ ਇਸੇ ਤਰ੍ਹਾਂ ਤੁਸੀਂ ਠੀਕ ਨਹੀਂ ਹੋਣੀ ਨੀਗਾ, ਤੇ ਮੈਂ ਇਹ ਫੈਸਲਾ ਕਰਕੇ ਤੇ ਸੋਚ ਵਿਚਾਰ ਕਰਕੇ ਤੇ ਮਿਸਿਸ ਨੂੰ ਆਹ ਗੱਲ ਕਹੀ ਸੀ, ਤੇ ਉਹ ਰੋ ਪਏ, ਤੇ ਉਹਨਾਂ ਨੇ ਆਪਣੇ ਘਰ ਵੀ ਗੱਲ ਕੀਤੀ, ਤੇ ਜਦੋਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਵੀ ਅੱਜ ਮੇਰੀ ਮਿਸਿਸ ਨੇ ਵੀ ਇਹੀ ਗੱਲ ਕਹੀ ਸੀ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਵੀ ਅੱਜ ਤਾਂ ਤੁਹਾਡੀ ਨਿਗਾਹ ਗਈ ਹੈ, ਮੰਨ ਲਓ ਕਿ ਵੀ ਸਾਡੀ ਕੁੜੀ ਦੀ ਅਗਰ ਨਿਗਾਹ ਚਲੀ ਜਾਂਦੀ ਕੀ ਤੁਸੀਂ ਛੱਡ ਦਿੰਦੇ? ਮੈਂ ਕਿਹਾ ਨਹੀਂ, ਤੇ ਉਹ ਸਮਝੋ ਕਿ ਵੀ ਉਸ ਦਿਨ ਮੈਨੂੰ ਇੰਨਾ ਹੌਸਲਾ ਮਿਲਿਆ, ਤੇ ਉਹ ਉਸੇ ਹੌਸਲੇ ਦੇ ਕਰਕੇ ਹੀ ਅੱਜ ਮੈਂ ਇੱਥੇ ਖੜਿਆ। ਸਰਕਾਰ ਤੋਂ ਕਿਸ ਤਰ੍ਹਾਂ ਦੀ ਤੁਹਾਡੀ ਕੋਈ ਮਦਦ ਕੀਤੀ ਜਾਂ ਮਦਦ ਚਾਹੁੰਦੇ ਤੁਸੀਂ? ਸਰਕਾਰ ਕੰਨਿਓ ਮੈਂ ਤਾਂ ਇਹੀ ਮਦਦ ਚਾਹੁੰਦਾ ਜੀ, ਮੇਰਾ ਬੇਟਾ ਡਿਪਲੋਮਾ ਕੀਤਾ ਉਹਨੇ, ਠੀਕ ਹੈ, ਤੇ ਕੱਦ ਵਗੈਰਾ ਵੀ ਪੂਰਾ ਮਤਲਬ ਕਿ ਪੁਲਿਸ 'ਚ ਉਹ ਮਤਲਬ ਫਿੱਟ ਹੈ, ਠੀਕ ਹੈ, ਉਹ ਕਹਿੰਦਾ ਵੀ ਇਹੀ ਹੈ ਕਿ ਮੈਂ ਤਾਂ ਪੁਲਿਸ 'ਚ ਹੀ ਕੰਮ ਕਰਨਾ ਹੈ, ਤੇ ਅਗਰ ਮੈਂ ਨੌਕਰੀ ਛੱਡੀ ਹੈ, ਅਗਰ ਮੇਰੀ ਜਗ੍ਹਾ ਲਾ ਲਓ ਜਾਂ ਤਰਸ ਦੇ ਆਧਾਰ 'ਤੇ ਲਾ ਲਓ, ਅਗਰ ਮੇਰੇ ਬੇਟੇ ਨੂੰ ਅਗਰ ਲੈ ਲੈਂਦੇ ਹੈ ਮੁਲਾਜ਼ਮ, ਹੁਣ ਭਰਤੀ ਚੱਲ ਰਹੀ ਹੈ, ਹੋਣੀ ਹੈ, ਤੇ ਮੈਂ ਪੰਜਾਬ ਸਰਕਾਰ ਦਾ ਔਰ DGP ਪੰਜਾਬ ਦਾ ਧੰਨਵਾਦ ਕਰਾਂਗਾ। ਸੋ ਇਹ ਸਨ ਗਿਆਨ ਚੰਦ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ, ਤੇ ਸਰਕਾਰਾਂ ਨੂੰ ਵੀ ਚਾਹੀਦਾ ਇਹੋ ਜਿਹੇ ਲੋਕਾਂ ਦੀ ਮਦਦ ਕਰਨ ਦਾ। ਪ੍ਰਿਤਪਾਲ ਸਿੰਘ, ਬੋਲੀ ਹੌਲੀ ਬਾਬਾ, ਬਠਿੰਡਾ।